ਸਿੱਖ ਰਾਜ ਕਿਵੇਂ ਗਿਆ? ਗਿਆਨੀ ਸੋਹਣ ਸਿੰਘ ਸੀਤਲ। ਮੁੱਢਲੀ ਬੇਨਤੀ। ਸਿੱਖ ਰਾਜ ਕਿਵੇਂ ਗਿਆ? ਜਦ ਮੈਂ ਇਸ ਗੱਲ ਦਾ ਉੱਤਰ ਲੱਭਣ ਵਾਸਤੇ ਇਤਿਹਾਸ ਫਰੋਲਦਾ ਹਾਂ ਤਾਂ ਹੈਰਾਨ ਰਹਿ ਜਾਂਦਾ। ਸੋਚਦਾ ਹਾਂ ਕਿ ਕੀ ਸੀ ਤੇ ਕੀ ਹੋ ਗਿਆ। ਅਸੀਂ ਗੁਲਾਮ ਹੋ ਗਏ ਹਾਂ। ਇਹ ਕੋਈ ਅਨਹੋਣੀ ਗੱਲ ਨਹੀਂ। ਕੌਮਾਂ ਉੱਭਰਦੀਆਂ ਵੀ ਆਈਆਂ ਤੇ ਡਿੱਗਦੀਆਂ ਵੀ। ਜੋ ਕਦੇ ਰਾਜ ਭਾਗ ਵਾਲੇ ਹੁੰਦੇ ਨੇ, ਕਦੇ ਗੁਲਾਮ ਵੀ ਹੋ ਜਾਂਦੇ ਨੇ। ਅਸੀਂ ਕੋਈ ਨਵੇਕਲੇ ਗੁਲਾਮ ਨਹੀਂ ਹੋਏ, ਪਰ ਜਿਸ ਢੰਗ ਨਾਲ ਅਸੀਂ ਗੁਲਾਮ ਹੋਏ ਹਾਂ, ਇਹ ਠੀਕ ਹੀ ਹੈਰਾਨੀ ਦਾ ਕਾਰਨ ਹੈ। ਅੰਗਰੇਜ਼ ਨੇਤਾ ਅਜੇ ਤੱਕ ਮੰਨਦੇ ਨੇ ਅਸੀਂ ਇਹਨਾਂ ਨੂੰ ਤਲਵਾਰ ਨਾਲ ਨਹੀਂ ਜਿੱਤਿਆ, ਤੇ ਨਾ ਹੀ ਸਾਨੂੰ ਯਕੀਨ ਆਇਆ ਹੈ ਕਿ ਅਸੀਂ ਮੈਦਾਨ ਵਿੱਚ ਜਿੱਤੇ ਗਏ। ਤਾਂ ਫਿਰ ਹੋਇਆ ਕੀ? ਧੋਖਾ, ਸਰਾਸਰ ਧੋਖਾ, ਤੇ ਉਹ ਵੀ घर दे भेतियां हाथ। दिल के फफोले जल उठे सीने के दाग से, इस घर को आग लगाई, इस घर को आग लग गई घर के इस चिराग से। 14,500 मुरब्बा मील दी इन्नी तकड़ी बादशाही, जिस कोल बेअंत समान जंग ते बेशुमार मर मिटन वाले देश भगत योधे, ਉਸ ਦਾ ਦਿਨਾਂ ਵਿੱਚ ਗੁਲਾਮ ਹੋ ਜਾਣਾ ਇੱਕ ਜਾਦੂ ਹੀ ਹੈ। ਇਸ ਦੀ ਤਬਾਹੀ ਦਾ ਮੁੱਢ ਬੰਨਣ ਵਾਲੇ ਤੇ ਅੰਤ ਨੇਪਰੇ ਚਾੜਨ ਵਾਲੇ ਜੰਮੂ ਦੇ ਡੋਗਰੇ ਸਨ। ਉਹ ਧਿਆਨ ਸਿੰਘ, ਗੁਲਾਬ ਸਿੰਘ। ਇੱਕ ਦਿਨ ਪਲਟਨਾਂ ਵਿੱਚ 3-3 ਰੁਪਏ ਮੁਹਾਵਰ ਤੇ ਭਰਤੀ ਹੋਏ ਸਾਡੇ ਮੰਦੇ ਭਾਗਾਂ ਨੂੰ ਉਹ ਸ਼ੇਰੇ ਪੰਜਾਬ ਦੀ ਨਜ਼ਰ ਚੜ੍ਹ ਗਏ ਤੇ ਆਖਿਰ ਪੰਜਾਬ ਦੇ ਕਰਤਾ ਧਰਤਾ ਬਣ ਗਏ। ਧਿਆਨ ਸਿੰਘ ਨੇ ਪੰਜਾਬ ਦਾ ਵੱਡਾ ਵਜ਼ੀਰ ਬਣ ਕੇ ਇਸ ਨੀਚ ਊਚ ਕਰਨ ਦਾ ਜੋ ਬਦਲਾ ਦਿੱਤਾ, ਉਹ ਕਿਸੇ ਨੂੰ ਨਹੀਂ ਭੁੱਲਿਆ। ਉਹਦੇ ਭਰਾ ਤੇ ਬਾਕੀ ਮਿੱਤਰਾਂ ਨੇ ਪਹਿਲੇ ਸਿੱਖ ਯੁੱਧ ਵਿੱਚ ਜੋ ਨਿਮਕ ਹਲਾਲੀ ਤੋਂ ਕੰਮ ਲਿਆ, ਉਸ ਦੀ ਬਾਬਤ ਕਨਿੰਗਮ ਵਰਗੇ ਸੱਚੇ ਤੇ ਨਿਰਪੱਖ ਇਤਿਹਾਸਕਾਰ ਨੇ ਦੁਨੀਆ ਨੂੰ ਕੂਕ ਕੂਕ ਕੇ ਦੱਸ ਰਹੇ ਨੇ। ਡੋਗਰੇ ਦੁਸ਼ਮਣ ਦੇ ਸੋਨੇ ਤੇ ਵਿਕ ਚੁੱਕੇ ਸਨ। ਉਹ ਸਿੱਖ ਰਾਜ ਦੇ ਖੰਡਰਾਂ ਉੱਤੇ ਆਪਣੇ ਮਹਿਲ ਉਸਾਰਨ ਦੇ ਆਹਰਾਂ ਵਿੱਚ ਸਨ। ਪੰਜਾਬ ਦੀ ਆਜ਼ਾਦੀ ਬਰਬਾਦ ਕਰਨ ਦੇ ਬਦਲੇ ਅੱਜ ਉਹ ਕਸ਼ਮੀਰ ਦੇ ਰਾਜੇ ਬਣੇ ਬੈਠੇ ਹਨ। ਇਹ ਡੋਗਰਿਆਂ ਦੇ ਦੇਸ਼ ਧਰੋਹ ਦੀ ਯਾਦ ਹੈ। ਬਹਾਰ ਆਉਂਦੀ ਹੈ, ਘਰ ਘਰ ਵਿੱਚ ਖੁਸ਼ੀਆਂ ਹੁੰਦੀਆਂ ਹਨ, ਬਨਸਪਤੀ ਤੇ ਜੋਬਨ ਆਉਂਦਾ ਹੈ। ਲੋਕ ਬਾਗਾਂ ਤੇ ਪਹਾੜਾਂ ਦੀ ਸੈਰ ਕਰਨ ਚਾਵਾਂ ਨਾਲ ਤੁਰ ਪੈਂਦੇ ਹਨ, ਪਰ ਸਾਨੂੰ ਇਸ ਉਜੜੇ ਚਮਨ ਦੇ ਰਹਿਣ ਵਾਲਿਆਂ ਨੂੰ ਇਸ ਪਹਾੜ ਨਾਲ ਕੀ। हम गिरफ्तारों को अब क्या काम है गुलशन से, लेकिन जी निकल जाता है जब सुनते हैं आती है बहार। ਕਸ਼ਮੀਰ ਦੇ ਬਾਗਾਂ ਵਿੱਚ ਫੁੱਲ ਖਿੜਦੇ ਹਨ। ਉਹਨਾਂ ਵਿੱਚ ਲਾਲ ਰੰਗ ਇੱਥੋਂ ਦੀ ਮਿੱਟੀ ਦਾ ਅਸਰ ਨਹੀਂ। ਸਤਲੁਜ ਦੇ ਕੰਢੇ ਉੱਤੇ ਕਿੰਨਾਂ ਦੇ ਲਹੂ ਡੁੱਲੇ ਹੋਏ ਨੇ। ਇੱਥੋਂ ਦੀਆਂ ਸੈਰਗਾਹਾਂ ਕਿੰਨਾਂ ਦੇ ਖੂਨ ਦਾ ਪਰਤੋਂ ਹਨ। ਇਹ ਐਸ਼ਗਾ ਨਹੀਂ, ये रंग कुछ और है। हम हर गुल है इस चमन का, हर गुल है इस चमन में सागर भरा लहू का। मैं निरापुरा ਡੋਗਰਿਆਂ ਨੂੰ ਹੀ ਗੁਨਾਹੀ ਨਹੀਂ ਸਮਝਦਾ। ਇਸ ਵਿੱਚ ਸਿੱਖ ਸਰਦਾਰ ਤੇ ਸਿੱਖ ਫੌਜਾਂ ਵੀ ਹਿੱਸੇਦਾਰ ਹਨ। ਸਿੱਖ ਫੌਜਾਂ ਆਪ ਇੰਨੀਆਂ ਅੱਪ ਮੁਹਾਰੀਆਂ ਹੋ ਚੁੱਕੀਆਂ ਸਨ ਕਿ ਉਹਨਾਂ ਨੂੰ ਸੰਭਾਲਣਾ ਔਖਾ ਹੋ ਗਿਆ ਸੀ। ਫੌਜਾਂ ਦੇ ਪੰਚ ਜਿਸ ਵੱਲੇ ਵੀ ਜਰਾ ਕੁ ਇਸ਼ਾਰਾ ਕਰਦੇ, ਸਿਪਾਹੀ ਝੱਟ ਕਤਲ ਕਰ ਦਿੰਦੇ।
ਕੋਈ ਕੀਮਤੀ ਜਾਨਾਂ ਇਸ ਤਰ੍ਹਾਂ ਭੰਗ ਦੇ ਪਾੜੇ ਵਿੱਚ ਨਾਸ਼ ਹੋ ਗਈਆਂ। ਫੌਜਾਂ ਦਾ ਇਹ ਹਾਲ ਸੀ ਕਿ ਇੱਕ ਸਰਦਾਰ ਨੇ ਇਨਾਮ ਦਾ ਲਾਲਚ ਦਿੱਤਾ, ਉਸ ਵੱਲ ਹੋ ਗਏ, ਦੂਜੇ ਨੇ ਤਨਖਾਹਾਂ ਵਧਾਉਣ ਦਾ ਇਕਰਾਰ ਕੀਤਾ ਤਾਂ ਉਸ ਵੱਲ ਮਿਲ ਗਏ। ਬਾਕੀ ਰਹੇ ਸਿੱਖ ਸਰਦਾਰ, ਉਹਨਾਂ ਵਿੱਚੋਂ ਬਹੁਤਿਆਂ ਦੇ ਦਿਲਾਂ ਉੱਤੇ ਖੁਦਗਰਜੀ ਸਮਾ ਗਈ ਸੀ। ਉਹਨਾਂ ਆਪਣੀ ਜ਼ੋਰ, ਆਪਣੀ ਤਾਕਤ ਵਧਾਉਣ ਉੱਤੇ ਨਹੀਂ ਲਾਉਂਦੇ ਸਨ, ਜਿੰਨਾ ਦੂਜੇ ਦੀ ਤਾਕਤ ਘਟਾਉਣ ਉੱਤੇ। ਹਰ ਇੱਕ ਸਰਦਾਰ ਦੂਜੇ ਦੇ ਕੰਮ ਵਿੱਚ ਰੁਕਾਵਟ ਪਾਉਂਦਾ ਤੇ ਵਿਰੋਧਤਾ ਕਰਦਾ। ਮੁੱਕਦੀ ਗੱਲ, ਸਿੱਖ ਦਰਬਾਰ ਦੀਆਂ ਸਾਰੀਆਂ ਨਰਦਾਂ ਅੱਡੋ ਪਾਟੀ ਆਪਸ ਵਿੱਚ ਖਹਿ ਰਹੀਆਂ ਸਨ। ਅੰਤ ਇਹ ਫੁੱਟ ਤੇ ਪੱਟ ਉਤਾੜ ਸਾਨੂੰ ਲੈ ਲੱਥੀ। ਕਿਹੜਾ ਘਰ ਏ ਜੋ ਫੁੱਟ ਨੇ ਬਰਬਾਦ ਨਾ ਕੀਤਾ ਹੋਵੇ। ਇਹ ਮਹਾਰਾਜਿਆਂ ਦੀ ਨੂੰ ਕੁੱਲੀ ਬਣਾ ਦਿਆ ਕਰਦੀ ਹੈ ਤੇ ਲਾਲਾਂ ਨੂੰ ਕੌਡੀਆਂ ਵਾਂਗ ਰੋਲ ਦਿਆ ਕਰਦੀ। ਹਿੰਦੀ ਦੇ ਮਹਾਕਵੀ ਗੰਗ ਨੇ ਕਿੰਨਾ ਸੋਹਣਾ ਕਿਹਾ ਹੈ। ਉਹ ਕਹਿੰਦਾ, फूट गए हीरा की बकानी कनी हाट हाट, काहूँ घाट मोल काहूँ बाड़ मोल को लयो, टूट गई लंका फूट मिलियो जो विभीषण है, रावण समेत बंस आसमान को गयो, कह कवि गंग दुर्योधन से छत्रधारी, तनक में फूटे गमानवा को न गयो, फूटे ते नरद उठ जात बाजी चौसर की, आपस के फूटे कहू कौन को भलो पयो। मैं केड़ी केड़ी गल दा रोना रोवां ते केड़े केड़े फट ते पट्टियां बन्ना। एक चाक हो तो सी लूं हमदमा गिरेबा अपना, जालम ने फाड़ डाला है तार तार करके। खैर, इस लम्मे वहण विच वहण दा की फायदा। जो कुछ लिखिया होया है अगलियां पत्रियां ते तुसीं आप पढ़ लवोगे। मैं हुण एक दो गल्लां करदा हां। जद मैं सिख इतिहास दा ਇਹ ਹਿੱਸਾ ਢਾਡੀਆਂ ਦੇ ਤਰੀਕੇ ਨਾਲ ਲਿਖਿਆ ਤੇ ਸਟੇਜ ਤੇ ਕਿਹਾ ਤਾਂ ਸੰਗਤਾਂ ਨੇ ਬਹੁਤ ਵਾਰ ਦਿਲਚਸਪੀ ਪ੍ਰਗਟ ਕੀਤੀ। ਅਨੇਕਾਂ ਵਾਰ ਮੈਂ ਇਹ ਪ੍ਰਸੰਗ ਸਟੇਜ ਉੱਤੇ ਕਹਿ ਚੁੱਕਾ ਹਾਂ। ਬਹੁਤ ਸਾਰੇ ਵਿਦਵਾਨ ਮਿੱਤਰਾਂ ਤੇ ਪੰਥਕ ਲੀਡਰਾਂ ਦੇ ਕਹਿਣ ਉੱਤੇ ਇਸ ਨੂੰ ਕਿਤਾਬੀ ਸ਼ਕਲ ਵਿੱਚ ਆਪ ਦੀ ਭੇਟਾ ਕਰ ਰਿਹਾ ਹਾਂ। ਮੈਂ ਇਸ ਵਿੱਚ ਆਪਣੇ ਵੱਲੋਂ ਮਨ ਘੜਤ ਗੱਲ ਕੋਈ ਵੀ ਨਹੀਂ ਲਿਖੀ। ਸਭ ਪੁਰਾਣੇ ਇਤਿਹਾਸਾਂ ਤੇ ਮੌਕੇ ਦੀਆਂ ਗਵਾਹੀਆਂ ਦੇ ਆਧਾਰ 'ਤੇ ਲਿਖਿਆ ਹੈ। ਜਿਨ੍ਹਾਂ ਲਿਖਾਰੀਆਂ ਦੀ ਇਹ ਲਿਖਤ ਪੁਸਤਕ ਰਚਨ ਵਿੱਚ ਮਦਦ ਲਈ ਗਈ ਹੈ, ਉਹਨਾਂ ਸਭ ਸੱਜਣਾਂ ਦਾ ਧੰਨਵਾਦੀ ਹਾਂ। ਕਾਦੀਵਿੰਡ, ਲਾਹੌਰ, 20/4/1944। ਸੋਹਣ ਸਿੰਘ ਸੀਤਲ। ਇਹ ਧਰਤੀ 5 ਦਰਿਆਵਾਂ ਦੀ, ਇਹ ਯੋਧਿਆਂ ਦਾ ਅਸਥਾਨ। ਇੱਥੇ ਪੀਰ, ਪੈਗੰਬਰ, ਔਲੀਏ ਕਈ ਹੋਏ ਬਲੀ ਮਹਾਨ। ਇੱਥੇ ਸਤਿਗੁਰੂ ਨਾਨਕ ਪ੍ਰਗਟੇ, ਭਏ ਦਿਓਤੇ ਸੀਸ ਝੁਕਾਣ। ਗੁਰ ਪੰਜਵੇਂ ਘਾਲਾਂ ਘਾਲੀਆਂ, ਜੋ ਤਪੀਆਂ ਦੇ ਸੁਲਤਾਨ। ਇੱਥੇ ਲਾਲ ਗੁਰੂ ਦਸ਼ਮੇਸ਼ ਦੇ ਗਏ ਵਾਰ ਧਰਮ ਤੋਂ ਜਾਨ। ਗੁਰ ਪੰਥ ਖਾਲਸਾ ਸਾਜ ਕੇ ਫਿਰ ਮਰੀ ਜਿਵਾਈ ਆਨ। ਇੱਥੇ ਨਲੂਏ ਤੇ ਰਣਜੀਤ ਦੀ ਜਦ ਚਮਕੀ ਸੀ ਕਿਰਪਾਨ, ਤਾਂ ਖੁਸ਼ੀ ਹੋਈ ਪੰਜਾਬ ਦੀ ਵਿੱਚ ਦੁਨੀਆ ਚਮਕੀ ਸ਼ਾਨ। ਪਰ ਘਾਲ ਬਲੀ ਰਣਜੀਤ ਦੀ ਨਾ ਸਾਂਭ ਸਕੀ ਸੰਤਾਨ। ਜਿਉਂ ਗਿਆ ਸੀ ਰਾਜ ਪੰਜਾਬ ਦਾ, ਪੜ ਸੀਤਲ ਦਿਲ ਪਛਤਾਣ। ਜਿਉਂ ਗਿਆ ਸੀ ਰਾਜ ਪੰਜਾਬ ਦਾ, ਪੜ ਸੀਤਲ ਦਿਲ ਪਛਤਾਣ। ਭੇਟਾ ਉਹਨਾਂ ਸੂਰਬੀਰਾਂ ਨੂੰ ਜੋ ਆਪਣੀ ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਵਾਸਤੇ ਸ਼ਹੀਦ ਹੋਏ। ਸੀਤਲ।